ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਇਨਸਾਈਟਸ ਲਰਨਿੰਗ ਪੰਜਾਬ ਤੇ। ਜਿਹੜੇ ਮੇਰੇ ਵੀਰ ਚੈਨਲ ਤੇ ਪਹਿਲੀ ਵਾਰ ਆਏ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਕੋਈ ਵੀ ਲੇਟੈਸਟ ਨਿਊਜ਼ ਹੋਵੇ ਉਹ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ। ਜਿਵੇਂ ਕਿ ਤੁਹਾਨੂੰ ਪਤਾ ਹੈ ਬੋਰਡ ਨੇ ਸੈਂਪਲ ਪੇਪਰ ਅਪਲੋਡ ਕਰ ਦਿੱਤੇ ਹਨ, ਤਾਂ ਮੈਂ 10ਵੀਂ ਦੇ ਮੈਥ ਦੇ ਪੇਪਰ ਦਾ ਸੈਂਪਲ ਪੇਪਰ ਸੋਲਵ ਕਰਕੇ ਅਪਲੋਡ ਕਰ ਰਿਹਾ। ਜ਼ਿਆਦਾ ਟਾਈਮ ਵੇਸਟ ਨਾ ਕਰਦੇ ਚਲਦੇ ਹਾਂ ਪਹਿਲੇ ਪ੍ਰਸ਼ਨ ਵੱਲ। ਜਿਵੇਂ ਕਿ ਤੁਸੀਂ ਸਕਰੀਨ ਉੱਪਰ ਦੇਖ ਰਹੇ ਹੋ, ਦੋ ਘਾਤੀ ਸਮੀਕਰਨ 2x² + kx + 3 = 0 ਵਿੱਚ k ਦਾ ਅਜਿਹਾ ਮੁੱਲ ਪਤਾ ਕਰੋ ਕਿ ਉਸ ਦੇ ਦੋ ਬਰਾਬਰ ਮੂਲ ਹੋਣ। ਆਪਾਂ ਨੂੰ ਪਤਾ ਹੈ ਰੂਟ ਕਦੋਂ ਬਰਾਬਰ ਹੁੰਦੇ ਹਨ, ਜਦੋਂ ਸਮੀਕਰਨ ਦਾ ਜੋ ਡਿਸਕ੍ਰਿਮੀਨੇਟ ਹੈ ਉਹ 0 ਹੁੰਦਾ ਹੈ। ਠੀਕ ਹੈ, ਤਾਂ ਭਾਵ b² - 4ac = 0। ਪਹਿਲਾਂ ਆਪਾਂ ਇੱਥੇ ਇਸ ਦੀ ਵੈਲਿਊ ਕੱਢ ਲਾਂਗੇ। ਤੁਹਾਨੂੰ ਪਤਾ ਹੈ 2x² + kx + 3 ਜੋ 2 ਹੈ ਉਹ a ਦੀ ਵੈਲਿਊ ਹੈ। ਮੈਂ ਸਾਈਡ ਤੇ ਸਾਰਾ ਲਿਖ ਦਿੱਤਾ ਹੈ, a = 2, b = k ਔਰ c = 3। ਤਾਂ ਹੁਣ ਜੋ ਮੈਂ ਉੱਪਰ ਤੁਹਾਨੂੰ ਫਾਰਮੂਲਾ ਦਿਖਾਇਆ ਹੈ ਇਸ ਵਿੱਚ ਵੈਲਿਊ ਆਪਾਂ ਪੁੱਟ ਕਰ ਦਾਂਗੇ। ਠੀਕ ਹੈ, ਤਾਂ ਹੁਣ ਵੈਲਿਊ ਪੁੱਟ ਕਰਦੇ ਹਾਂ। k² - 4 × 2 × 3 = 0। ਤਾਂ k² - 24 = 0। ਤਾਂ k² ਬਰਾਬਰ ਜੋ -24 ਹੈ ਉੱਧਰ ਜਾ ਕੇ ਆ ਗਿਆ +24। ਤਾਂ ਜੋ ਸਕੇਅਰ ਹੈ ਉੱਧਰ ਜਾ ਕੇ ਅੰਡਰ ਰੂਟ ਬਣ ਜਾਏਗਾ, ਤਾਂ ਵੈਲਿਊ ਆ ਗਈ +-24 ਅੰਡਰ ਰੂਟ। ਠੀਕ ਹੈ, ਤਾਂ ਉਦੋਂ ਹੀ ਮੂਲ ਬਰਾਬਰ ਹੁੰਦੇ ਹਨ ਜਦੋਂ ਡਿਸਕ੍ਰਿਮੀਨੇਟ 0 ਹੁੰਦਾ ਹੈ। ਇਹ 2 ਨੰਬਰ ਦਾ ਸਵਾਲ ਹੈ, ਤੁਸੀਂ ਇੱਥੇ ਇਸ ਨੂੰ ਛੱਡ ਸਕਦੇ ਹੋ। ਤਾਂ ਅੱਗੇ ਚਲਦੇ ਹਾਂ ਦੂਸਰੇ ਸਵਾਲ ਵੱਲ। ਜਿਵੇਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ AP 2, 7, 12 ਦਾ 10ਵਾਂ ਪਦ ਪਤਾ ਕਰੋ। ਆਪਾਂ ਇਸ ਵਿੱਚ A10 ਪਤਾ ਕਰਨਾ ਹੈ। ਤਾਂ ਇਸ ਦਾ ਫਾਰਮੂਲਾ ਪਤਾ ਹੈ ਆਪਾਂ ਨੂੰ। ਜਦੋਂ ਵੀ ਆਪਾਂ nth ਟਰਮ ਪਤਾ ਕਰਨੀ ਹੁੰਦੀ ਹੈ ਤਾਂ ਉਸ ਦਾ ਫਾਰਮੂਲਾ ਹੈ AN = A + n - 1 × D। ਠੀਕ ਹੈ, ਤਾਂ ਹੁਣ ਆਪਾਂ ਨੂੰ ਜੋ ਉਹਨਾਂ ਨੇ ਲੜੀ ਦਿੱਤੀ ਹੈ 2, 7, 12, ਤਾਂ ਇਸ ਵਿੱਚ A ਆਪਾਂ ਨੂੰ ਪਤਾ ਹੈ 2 ਹੈ, B ਆਪਾਂ ਨੂੰ ਪਤਾ ਹੈ 7 ਹੈ, ਤਾਂ D ਆਪਾਂ ਇਸ ਤੋਂ ਕੱਢ ਲਾਂਗੇ। D ਦਾ ਫਾਰਮੂਲਾ ਹੈ B - A, ਜੋ ਮੈਂ ਤੁਹਾਨੂੰ ਦਿੱਤਾ ਹੈ। ਇਸ ਵਿੱਚ ਹੁਣ ਵੈਲਿਊ ਪੁੱਟ ਕਰ ਦਿਓ। B ਹੈ 7 ਤੇ A ਹੈ 2। 7 - 2 5 ਆ ਗਿਆ। D ਦੀ ਵੈਲਿਊ ਕਿੰਨੀ ਆ ਗਈ 5। ਤਾਂ ਪੁੱਟ ਕਰ ਦਿੱਤਾ ਆਪਾਂ। ਹੁਣ ਇਸ ਨੂੰ ਅਗਲੇ ਜੋ ਫਾਰਮੂਲਾ ਹੈ ਉਸ ਵਿੱਚ ਪੁੱਟ ਕਰ ਦੇਣਾ ਹੈ AN ਵਾਲਾ। ਠੀਕ ਹੈ, ਇਸ ਵਿੱਚ ਆਪਾਂ ਪੁੱਟ ਕਰ ਦਿੱਤਾ A10 = 2 + 10 - 1 × 5। ਤਾਂ ਇਸ ਨੂੰ ਸੋਲਵ ਕਰ ਲਓ। ਇਹ ਬਣ ਜਾਏਗਾ 2 + 9 × 5 = 2 + 45 = 47। ਤੁਹਾਡਾ ਕੀ ਆ ਜਾਏਗਾ ਆਨਸਰ। ਠੀਕ ਹੈ ਜੀ, ਚਲਦੇ ਹਾਂ ਅਗਲੇ ਸਵਾਲ ਵੱਲ। ਦਿੱਤੇ ਚਿੱਤਰ ਵਿੱਚ x ਦਾ ਮੁੱਲ ਪਤਾ ਕਰੋ ਜੇਕਰ DE ਸਮਾਂਤਰ AB ਹੋਵੇ। ਜਦੋਂ ਇਸ ਤਰ੍ਹਾਂ ਦਾ ਸਵਾਲ ਆ ਜਾਵੇ ਅਤੇ ਆਪਾਂ ਨੂੰ ਇਹ ਡਾਇਗਰਾਮ ਦਿੱਤੀ ਹੁੰਦੀ ਹੈ ਤਾਂ ਕੁਛ ਨਹੀਂ ਕਰਨਾ, ਬਹੁਤ ਹੀ ਸੌਖਾ ਸਵਾਲ ਹੈ। ਤਾਂ ਇਸ ਨੂੰ ਕੀ ਕਰਨਾ ਹੈ, ਇੱਕ ਸਾਈਡ ਤੋਂ ਲੈ ਲੈਣਾ। ਜਿਵੇਂ ਕਿ ਇਹ ਤੁਹਾਨੂੰ ਦਿਖਾਈ ਦੇ ਰਿਹਾ ਹੈ AD/DB। ਠੀਕ ਹੈ, AD/DB ਮੈਂ ਕਰਤਾ। ਹੁਣ ਦੂਸਰੀ ਸਾਈਡ ਬਰਾਬਰ ਪਾ ਕੇ AE/EC। ਠੀਕ ਹੈ ਜੀ, ਦੇਖੋ ਇਹ ਮੈਂ ਤਾਂ AD/DB = AE/EC। ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਹੈ AD ਦੀ ਵੈਲਿਊ 1.5 ਹੈ, DB ਦੀ 3 ਹੈ, AE ਦੀ 1 ਹੈ ਅਤੇ ਅਗਲੀ x ਹੈ। ਤੇ ਇਸ ਨੂੰ ਪੁੱਟ ਕਰ ਦਿਓ। ਥੱਲੇ ਮੈਂ ਪੁੱਟ ਕਰਤਾ 1/5/3 = 1/x। ਇਸ ਨੂੰ ਪੁੱਟ ਕਰਨ ਤੋਂ ਬਾਅਦ ਇਸ ਨੂੰ ਇਹਨਾਂ ਦੀ ਕ੍ਰੋਸ ਮਲਟੀਪਲਾਈ ਕਰ ਦਿਓ। 1.5x = 3 = 15/10। ਜੋ ਪੁਆਇੰਟ ਹੈ ਉਸ ਨੂੰ ਮੈਂ ਹਟਾ ਕੇ ਥੱਲੇ 10 ਲੈ ਲਿਆ। 15/10x = 3। ਤਾਂ ਇਸ ਨੂੰ ਫਿਰ ਕ੍ਰੋਸ ਮਲਟੀਪਲਾਈ ਕਰ ਦਿਓ ਤੁਸੀਂ। ਕ੍ਰੋਸ ਮਲਟੀਪਲਾਈ ਕਰਨ ਤੇ ਆਪਾਂ ਨੂੰ ਪ੍ਰਾਪਤ ਹੋਇਆ 15x = 30। ਤਾਂ x ਦੀ ਵੈਲਿਊ ਕਿੰਨੀ ਆ ਗਈ 2। ਤਾਂ x ਦੀ ਵੈਲਿਊ 2 ਆ ਗਈ। ਬਸ ਹੋ ਗਿਆ ਸੋਲਵ, ਕਿਉਂਕਿ ਆਪਾਂ ਇੱਥੇ x ਦੀ ਵੈਲਿਊ ਪਤਾ ਕਰਨੀ ਸੀ। ਠੀਕ ਹੈ, ਤਾਂ ਚਲਦੇ ਹਾਂ ਅਗਲੇ ਸਵਾਲ ਵੱਲ। ਇਸ ਸਵਾਲ ਨੂੰ ਥੋੜ੍ਹਾ ਧਿਆਨ ਨਾਲ ਸਮਝਣਾ। ਮਾਡਲ ਬਣਾਉਣ ਵਾਲੀ ਮਿੱਟੀ ਨਾਲ ਉਚਾਈ 24 ਸਮ ਅਤੇ ਅਰਧ ਵਿਆਸ 6 ਸਮ ਆਧਾਰ ਵਾਲਾ ਇੱਕ ਸ਼ੰਕੂ ਬਣਾਇਆ ਗਿਆ ਸੀ। ਇੱਕ ਬੱਚੇ ਨੇ ਇਸ ਨੂੰ ਗੋਲੇ ਦੇ ਆਕਾਰ ਵਿੱਚ ਬਦਲ ਦਿੱਤਾ। ਗੋਲੇ ਦਾ ਅਰਧ ਵਿਆਸ ਪਤਾ ਕਰੋ। ਤਾਂ ਦੇਖੋ ਇਸ 'ਚ ਅਰਧ ਵਿਆਸ ਆਪਾਂ ਨੂੰ ਗਿਵਨ ਹੈ, ਮਤਲਬ ਕਿ ਛੋਟੀ r 6 ਸਮ ਦਿੱਤੀ ਹੈ ਅਤੇ ਉਚਾਈ h 24 ਸਮ ਦਿੱਤੀ ਹੈ। ਦੇਖੋ ਪਹਿਲਾਂ ਜੋ ਸ਼ੰਕੂ ਸੀ ਉਸ ਨੂੰ ਗੋਲੇ ਵਿੱਚ ਬਦਲ ਦਿੱਤਾ। ਤਾਂ ਦੇਖੋ ਵੋਲੀਅਮ ਤਾਂ ਉਹੀ ਰਹੇਗਾ ਨਾ, ਜਿੰਨੀ ਮਿੱਟੀ ਸ਼ੰਕੂ 'ਤੇ ਲੱਗੀ ਸੀ ਓਨੀ ਹੀ ਗੋਲੇ 'ਤੇ ਲੱਗੇਗੀ।
ਤੇ ਆਪਾਂ ਗੋਲੇ ਦਾ ਅਰਧ ਵਿਆਸ ਪਤਾ ਕਰਨਾ ਹੈ ਤਾਂ ਇਸ ਨੂੰ ਵੱਡੀ ਆਰ ਨਾਲ ਮੰਨਾਂਗੇ। ਠੀਕ ਹੈ, ਚਲਦੇ ਹਾਂ ਕੁਐਸਚਨ। ਸਾਨੂੰ ਪਤਾ ਹੈ ਕਿ ਸ਼ੰਕੂ ਦੀ ਮਿੱਟੀ ਨਾਲ ਹੀ ਗੋਲਾ ਬਣਾਇਆ ਗਿਆ ਹੈ, ਇਸ ਲਈ ਦੋਵਾਂ ਦਾ ਆਇਤਨ ਬਰਾਬਰ ਹੋਵੇਗਾ। ਕਿਉਂਕਿ ਇੱਕ ਮੰਨ ਲਓ ਤੁਸੀਂ ਕੋਈ ਮਿੱਟੀ ਦੀ ਚੀਜ਼ ਬਣਾ ਕੇ ਉਸੇ ਮਿੱਟੀ ਨੂੰ ਫਿਰ ਢਾਲ ਕੇ ਦੂਜੀ ਚੀਜ਼ ਬਣਾਉਂਦੇ ਹੋ ਤਾਂ ਮਿੱਟੀ ਤਾਂ ਓਨੀ ਲੱਗੇਗੀ, ਆਇਤਨ ਉਸ ਦਾ ਓਨਾ ਹੀ ਰਹੇਗਾ। ਉਸ ਮਿੱਟੀ ਨਾਲ ਉਸ ਆਇਤਨ ਜਿੰਨੀ ਹੀ ਚੀਜ਼ ਬਣੇਗੀ ਨਾ। ਤਾਂ ਚਲੋ ਕਰਦੇ ਹਾਂ ਇਸ ਸਵਾਲ ਨੂੰ। ਇੱਕ ਸਾਈਡ ਆਪਾਂ ਗੋਲੇ ਦਾ ਆਇਤਨ ਲੈ ਲੈਣਾ ਹੈ ਅਤੇ ਦੂਸਰੀ ਸਾਈਡ ਸ਼ੰਕੂ ਦਾ ਆਇਤਨ ਲੈ ਲੈਣਾ ਹੈ। ਠੀਕ ਹੈ, ਗੋਲੇ ਦਾ ਆਇਤਨ ਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ ਹੈ, 4/3 ਪਾਈ ਆਰ ਕਿਊਬ ਬਰਾਬਰ 1/3 ਪਾਈ ਆਰ ਸਕੇਅਰ ਐਚ। ਠੀਕ ਹੈ, ਤਾਂ ਇਹਨਾਂ ਨੂੰ ਕੱਟ ਦਿਓ ਜੋ ਕਟੀਂਦੇ ਹਨ, ਤਾਂ ਦੇਖ ਸਕਦੇ ਹੋ ਪਾਈ ਨਾਲ ਪਾਈ ਕੱਟੀ ਗਈ, 3 ਨਾਲ 3 ਕੱਟਾ ਗਿਆ, ਤਾਂ ਕੀ ਬਚਿਆ 4r ਦੀ ਕਿਊਬ ਬਰਾਬਰ ਆਰ ਸਕੇਅਰ ਐਚ। ਅਤੇ ਆਪਾਂ ਨੂੰ ਛੋਟੀ ਆਰ ਦੀ ਵੈਲਿਊ ਗਿਵਨ ਹੈ ਅਰਧ ਵਿਆਸ 6 ਅਤੇ ਐਚ ਬਰਾਬਰ 24। ਤਾਂ 4 ਵੈਲਿਊ ਪੁੱਟ ਕਰ ਦਿਓ, 4r ਕਿਊਬ ਬਰਾਬਰ 6 ਗੁਣਾ 6 ਗੁਣਾ 24, ਤਾਂ ਆਰ ਕਿਊਬ ਬਰਾਬਰ 6 ਗੁਣਾ 6 ਗੁਣਾ 24/4। 4 ਨੂੰ 24 ਤੇ ਕੱਟ ਕੇ ਸਾਨੂੰ 6 ਪ੍ਰਾਪਤ ਹੁੰਦਾ ਹੈ ਅਤੇ ਆਰ ਕਿਊਬ ਬਰਾਬਰ 6 ਗੁਣਾ 6 ਗੁਣਾ 6। ਆਰ ਬਰਾਬਰ 3√6 ਗੁਣਾ 6 ਗੁਣਾ 6, ਕਿਉਂਕਿ ਕਿਊਬਿਕ ਵਿੱਚ ਹੈ ਨਾ, ਤਾਂ ਆਰ ਦੀ ਵੈਲਿਊ ਕਿੰਨੀ ਆ ਗਈ 6। ਤਾਂ ਗੋਲੇ ਦਾ ਅਰਧ ਵਿਆਸ ਸਾਨੂੰ ਕਿੰਨਾ ਆ ਗਿਆ 6। ਤਾਂ ਇਹ 6 ਇਸ ਦਾ ਆਨਸਰ ਹੈ। ਚਲਦੇ ਹਾਂ ਅਗਲੇ ਸਵਾਲ ਵੱਲ। ਭਾਗ ਐੜਾ ਪਤਾ ਕਰੋ ਕਿ ਦੋ ਘਾਤੀ ਸਮੀਕਰਨ 3x² - 4√3x + 4 ਬਰਾਬਰ 0 ਦੇ ਮੂਲ ਸੰਭਵ ਹਨ। ਜੇਕਰ ਸੰਭਵ ਹਨ ਤਾਂ ਮੂਲ ਪਤਾ ਕਰੋ। ਤਾਂ ਮੂਲ ਤੁਹਾਨੂੰ ਮੈਂ ਪਿਛਲੇ ਸਵਾਲ ਵਿੱਚ ਵੀ ਦੱਸਿਆ ਸੀ, ਉਦੋਂ ਬਰਾਬਰ ਹੁੰਦੇ ਹਨ ਜਦੋਂ ਡਿਸਕ੍ਰਿਮੀਨੇਟ 0 ਹੋਵੇ। ਤਾਂ ਚਲਦੇ ਹਾਂ। ਤਾਂ ਤੁਹਾਨੂੰ ਪਤਾ ਹੈ d ਬਰਾਬਰ b² - 4ac। ਠੀਕ ਹੈ, ਤਾਂ ਇਕੁਏਸ਼ਨ ਸਾਨੂੰ ਦਿੱਤੀ ਹੈ 3x² - 4√3x + 4 ਬਰਾਬਰ 0। ਤਾਂ a ਬਰਾਬਰ 3, b ਬਰਾਬਰ ਸਾਨੂੰ ਇੱਥੋਂ ਹੀ ਕੱਢ ਲੈਣਾ, b ਬਰਾਬਰ 4√3 ਔਰ c ਬਰਾਬਰ ਆਪਾਂ ਨੂੰ 4 ਦਿੱਤੀ ਹੈ। ਤਾਂ ਪੁੱਟ ਕਰ ਦਿਓ ਇਸ ਫਾਰਮੂਲੇ ਵਿੱਚ d ਬਰਾਬਰ b² - 4ac ਵਿੱਚ। ਤਾਂ b ਦੀ ਵੈਲਿਊ ਸਾਨੂੰ ਦਿੱਤੀ ਹੈ 4√3 ਦਾ ਸਕੇਅਰ ਮਾਈਨਸ 4 ਗੁਣਾ 3 ਗੁਣਾ 4। ਤਾਂ ਸਕੇਅਰ ਨਾਲ ਅੰਡਰਰੂਟ ਵੀ ਕੱਟਿਆ ਗਿਆ, ਤਾਂ 4 ਦੀ 2 ਸਕੇਅਰ ਹੈ, ਉਸ ਨਾਲ ਉਹ 16 ਬਣ ਗਿਆ। 16 ਗੁਣਾ 3 - 48 ਬਰਾਬਰ 48 - 48 0। ਤਾਂ ਹੁਣ ਦੇਖੋ ਡਿਸਕ੍ਰਿਮੀਨੇਟ 0 ਆ ਗਿਆ, ਤਾਂ ਹੁਣ ਸਾਨੂੰ ਪਤਾ ਹੈ ਕਿ ਇਸ ਦੇ ਮੂਲ ਸੰਭਵ ਹਨ। ਜੇਕਰ 0 ਤਾਂ ਮੂਲ ਸੰਭਵ ਹਨ, ਤਾਂ ਹੁਣ ਪਤਾ ਕਰਾਂਗੇ ਆਪਾਂ, ਹੁਣ ਇਸ ਨੂੰ ਪਤਾ ਕਰਾਂਗੇ। ਤਾਂ ਫਾਰਮੂਲਾ ਸਾਨੂੰ ਪਤਾ ਹੈ, ਉਹ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਿਹਾ ਹੈ। ਮੂਲ ਪਤਾ ਕਰਨ ਦਾ -b + -√d/2a। ਤਾਂ ਇਸ ਵਿੱਚ ਵੈਲਿਊ ਪੁੱਟ ਕਰ ਦਿਓ, ਜਿਵੇਂ ਕਿ b ਨਾਲ ਪਹਿਲਾਂ ਮਾਈਨਸ ਦਿੱਤੀ ਹੈ, ਮਾਈਨਸ ਬ੍ਰੈਕਟ ਵਿੱਚ -4√3 ਬ੍ਰੈਕਟ ਬੰਦ ਪਲੱਸ ਮਾਈਨਸ √0/2 ਗੁਣਾ 3। ਤਾਂ x ਦੀ ਵੈਲਿਊ ਆਪਾਂ ਨੂੰ 2 ਆ ਗਿਆ, x + -4√3/6। ਤਾਂ ਇਸੇ ਤਰ੍ਹਾਂ ਥੱਲੇ ਇਸ ਨੂੰ ਕੱਟ ਦਿਓ, ਤਾਂ x ਦੀਆਂ ਆਪਾਂ ਨੂੰ 2 ਵੈਲਿਊ ਪ੍ਰਾਪਤ ਹੋ ਜਾਣਗੀਆਂ, 2√3/3 -2√3/3। ਤਾਂ ਹੋ ਗਿਆ ਇਹ ਵੀ ਸਵਾਲ ਬਹੁਤ ਸੌਖੇ ਹਨ, ਬਸ ਇਸ ਨੂੰ ਸਮਝਣ ਦੀ ਲੋੜ ਹੈ। ਚਲਦੇ ਹਾਂ ਅਗਲੇ ਸਵਾਲ ਵੱਲ। ਜੋ ਤੁਹਾਨੂੰ ਜਾ ਵਿੱਚ ਦਿੱਤਾ ਹੈ ਉਹ ਵੀ ਆਪਾਂ ਸੋਲਵ ਕਰ ਲੈਂਦੇ ਹਾਂ। 8 ਦੇ ਪਹਿਲੇ 15 ਗੁੰਜਾਂ ਦਾ ਜੋੜਫਲ ਪਤਾ ਕਰੋ। ਤੁਹਾਨੂੰ ਪਤਾ ਹੀ ਹੈ ਗੁਣਜ ਕਿਹੜੇ ਹੁੰਦੇ ਹਨ, ਜਿਵੇਂ 8 ਗੁਣਾ 1 8, 8 ਗੁਣਾ 2 16, 8 ਗੁਣਾ 3 24। ਇਸੇ ਤਰ੍ਹਾਂ ਮੈਂ ਥੱਲੇ ਲਿਖ ਦਿੱਤਾ ਹੈ ਕਿ ਤੁਹਾਨੂੰ ਕੋਈ ਮੁਸ਼ਕਿਲ ਨਾ ਆਵੇ, ਇਹ ਤੁਸੀਂ ਦੇਖ ਸਕਦੇ ਹੋ। ਤਾਂ ਬਸ ਉਸ ਤਰ੍ਹਾਂ ਗੁਣਜ ਲਿਖ ਲਓ, 8 8 ਦੂਣੀ 16, 8 ਤੀਏ 24, 8 ਚੌਕੇ 32। ਅਤੇ ਜਦੋਂ ਲਾਸਟ ਵਾਲਾ 8 ਗੁਣਾ 15 ਤਾਂ 120 ਆ ਜਾਏਗਾ। ਤਾਂ ਇਸ ਦਾ ਜੋੜਫਲ ਸਾਨੂੰ ਪਤਾ ਕਰਨਾ ਹੈ। ਤਾਂ ਸਾਨੂੰ ਇਹ ਤਾਂ ਪਤਾ ਹੈ ਟੋਟਲ ਕਿੰਨੀਆਂ ਟਰਮਾਂ ਹਨ, ਕਿਉਂਕਿ 15 ਗੁਣਜ ਦਾ ਪਤਾ ਕਰਨਾ ਹੈ ਆਪਾਂ ਨੂੰ। ਅਤੇ ਇਸ ਦਾ ਫਾਰਮੂਲਾ ਹੁੰਦਾ ਹੈ SN ਬਰਾਬਰ n/2 ਬ੍ਰੈਕਟ ਵਿੱਚ a + l। ਤਾਂ ਪੁੱਟ ਕਰ ਦਿਓ ਵੈਲਿਊ n ਕਿੰਨੀ ਹੈ 15/2। ਠੀਕ ਹੈ, ਫਾਰਮੂਲੇ ਅਕੋਰਡਿੰਗ। ਇਹ ਆਪਾਂ ਨੂੰ 8 ਦਿੱਤੀ ਹੈ, ਆਹ ਦੇਖੋ ਇਹ ਆਪਾਂ ਜੋ ਫਸਟ ਟਰਮ ਦਿੱਤੀ ਹੈ ਉਸਨੂੰ a ਮੰਨਣਾ ਹੁੰਦਾ ਹੈ। ਇਹ 8 ਦਿੱਤੀ ਹੈ ਪਲੱਸ ਲਾਸਟ ਟਰਮ ਕਿੰਨੀ ਹੈ, ਲਾਸਟ ਟਰਮ ਦਿੱਤੀ ਹੈ ਆਪਾਂ ਨੂੰ 120। ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਹਾਂ। ਆਹ ਦੇਖੋ ਇਹ ਟਰਮ ਆਪਾਂ ਨੂੰ 120 ਦਿੱਤੀ ਹੈ। ਪੁੱਟ ਕਰਨ ਤੋਂ ਬਾਅਦ ਇਸ ਨੂੰ ਸੋਲਵ ਕਰ ਦਿਓ, 15/2 ਗੁਣਾ 128। ਤਾਂ 2 ਨੂੰ 128 ਨਾਲ ਕੱਟ ਦਿਓ ਤਾਂ ਦੇਖ ਸਕਦੇ ਹੋ 64 ਆ ਗਿਆ। ਤਾਂ 15 ਗੁਣਾ 64 = 960। ਇਹ ਤੁਹਾਡਾ ਹੈ ਆਨਸਰ। ਚਲਦੇ ਹਾਂ ਅਗਲੇ ਸਵਾਲ ਵੱਲ।
ਸਤਵਾਂ, ਧਰਤੀ ਤੇ ਇੱਕ ਬਿੰਦੂ P ਤੋਂ ਇੱਕ 10 ਮੀਟਰ ਉੱਚੇ ਭਵਨ ਦੇ ਸਿਖਰ ਦਾ ਉਚਾਨ ਕੋਣ 30 ਡਿਗਰੀ ਹੈ। ਭਵਨ ਦੇ ਸਿਖਰ ਤੇ ਇੱਕ ਝੰਡਾ ਲਹਿਰਾਇਆ ਗਿਆ ਹੈ ਅਤੇ P ਤੋਂ ਸਿਖਰ ਦਾ ਉਚਾਨ ਕੋਣ 45 ਡਿਗਰੀ ਹੈ। ਝੰਡੇ ਦੇ ਡੰਡੇ ਦੀ ਲੰਬਾਈ ਅਤੇ ਬਿੰਦੂ P ਤੋਂ ਭਵਨ ਦੀ ਦੂਰੀ ਪਤਾ ਕਰੋ। ਤੁਸੀਂ ਸੈਂਪਲ ਪੇਪਰ ਤੇ ਦੇਖ ਲੈਣਾ, ਉੱਥੇ ਵੀ ਡਾਇਗਰਾਮ ਬਣੀ ਹੈ, ਜਿਵੇਂ ਦੀ ਮੇਰੇ ਕੋਲ ਬਣੀ ਮੈਂ ਉਹ ਡਾਇਗਰਾਮ ਬਣਾ ਦਿੱਤੀ ਹੈ। ਠੀਕ ਹੈ, ਦੇਖੋ ਇੱਕ ਮੀਨਾਰ ਹੈ, ਆ ਰਹੀ ਮੀਨਾਰ, ਠੀਕ ਹੈ, ਜੋ 10 ਮੀਟਰ ਉੱਚੀ ਹੈ, ਆ 10 ਮੀਟਰ, ਠੀਕ ਹੈ, 10 ਮੀਟਰ। ਤਾਂ ਆਪਾਂ ਨੂੰ ਝੰਡੇ ਦੇ ਡੰਡੇ ਦੀ ਲੰਬਾਈ, ਝੰਡੇ ਦੇ ਡੰਡੇ ਦੀ ਲੰਬਾਈ ਮਤਲਬ ਕਿ ਥੱਲੋਂ ਲੈ ਕੇ ਉੱਤਾ ਤੱਕ ਸਾਰੀ ਪਤਾ ਕਰਨੀ ਹੈ ਨਾ, ਠੀਕ ਹੈ, ਦੀ ਲੰਬਾਈ ਅਤੇ ਬਿੰਦੂ P ਤੋਂ ਭਵਨ ਦੀ ਦੂਰੀ ਪਤਾ ਕਰਨੀ ਹੈ। ਬਿੰਦੂ P ਤੋਂ ਭਵਨ ਦੀ ਦੂਰੀ ਆ ਰਹੀ, ਔਰ ਝੰਡੇ ਦੀ ਲੰਬਾਈ ਉੱਪਰ ਦੀ ਹੋਏਗੀ। ਤਾਂ ਚਲਦੇ ਹਾਂ ਅੱਗੇ ਸੋਲਵ ਵੱਲ। ਤਾਂ ਮੈਂ ਭਵਨ ਦੀ ਦੂਰੀ P ਤੋਂ A ਨੂੰ x ਲੈ ਲੈਂਦਾ, ਮੈਂ ਇਸ ਨੂੰ x ਵੈਲਿਊ ਮੰਨ ਲਈ, ਠੀਕ ਹੈ, x ਲੈ ਲੈਂਦਾ ਹਾਂ ਅਤੇ DB ਜੋ ਝੰਡੇ ਦੀ ਉਚਾਈ ਹੈ ਉਸ ਨੂੰ h, ਇਸ ਨੂੰ ਮੈਂ h ਲੈ ਲਈ, ਸੋਰੀ ਅੱਗੇ ਮੈਂ ਇਸ ਨੂੰ x ਲੈ ਬੈਠਾ ਸੀ, ਇਸ ਨੂੰ h ਲੈਣੀ ਹੈ ਉਚਾਈ। ਉਚਾਈ ਕਿਉਂਕਿ ਥੱਲੇ A ਤੋਂ B ਦੀ ਉਚਾਈ 10 ਮੀਟਰ ਦਿੱਤੀ ਹੈ, ਆਪਾਂ ਨੂੰ ਇਹ ਵੈਲਿਊ ਦਿੱਤੀ ਹੈ 10 ਮੀਟਰ, ਸਿਰਫ ਓਨਲੀ ਇਹ ਨਹੀਂ ਦਿੱਤੀ ਜਿਸ ਤੇ ਮੈਂ ਸਰਕਲ ਕਰ ਰਿਹਾ, ਇੰਨੀ ਕੁ ਦਿੱਤੀ ਹੈ, ਪਰ ਪਤਾ ਆਪਾਂ ਇਹ ਸਾਰੀ ਕਰਨੀ ਹੈ। ਠੀਕ ਹੈ, ਤਾਂ ਪਹਿਲਾਂ ਆਪਾਂ ਨੂੰ ਦੱਸ ਦਿੱਤਾ ਹੈ ਮੀਨਾਰ ਦੀ ਉਚਾਈ। ਤਾਂ ਹੁਣ ਆਪਾਂ ਟ੍ਰਾਇੰਗਲ ਲਵਾਂਗੇ APB ਲਵਾਂਗੇ, ਠੀਕ ਹੈ, APB, ਕਿਉਂਕਿ ਇਸ ਵਿੱਚ ਆਪਾਂ ਨੂੰ ਕੁਝ ਦਿੱਤਾ ਹੈ, ਜਿਸ ਦਾ ਕੁਝ ਦਿੱਤਾ ਹੋਵੇ ਉਸ ਨੂੰ ਹੀ ਆਪਾਂ ਪਹਿਲਾਂ ਲੈਣਾ ਹੈ। ਤਾਂ ਚਲਦੇ ਹਾਂ, ਇਹ ਹੁੰਦਾ ਹੈ ਲੰਬ ਬਟਾ ਆਧਾਰ ਇਕੁਅਲ ਟੂ ਟੇਸ਼ਨ ਥੀਟਾ, ਇਹ ਫਾਰਮੂਲਾ ਹੁੰਦਾ ਹੈ, ਯਾਦ ਰੱਖਣਾ। ਤਾਂ 10 ਲੰਬ ਆਪਾਂ ਨੂੰ ਦਿੱਤਾ ਹੈ 10, ਜਿਹੜਾ ਕਿ ਮੈਂ ਤੁਹਾਨੂੰ ਉੱਪਰ ਦਿਖਾ ਦਿੱਤਾ, ਔਰ ਆਧਾਰ ਆਪਾਂ ਨੂੰ ਦਿੱਤਾ ਹੈ x। ਆਹ ਦੇਖੋ ਆਧਾਰ ਆਪਾਂ ਨੂੰ ਕੀ ਦਿੱਤਾ ਹੈ x, ਕਿਉਂਕਿ ਆਪਾਂ A ਵਾਲੀ ਸਿਰਫ ਲੈ ਰਹੇ ਹਾਂ। ਠੀਕ ਹੈ, 10 ਬਟਾ x ਬਰਾਬਰ ਟੇਸ਼ਨ 30 ਡਿਗਰੀ, ਤਾਂ ਥੀਟਾ ਆਪਾਂ ਨੂੰ 30 ਡਿਗਰੀ ਦਿੱਤਾ ਹੈ। ਤੁਸੀਂ ਇੱਕ ਵਾਰ ਰਕਮ ਵਿੱਚ ਵੇਖ ਲੈਣਾ, ਉਸੇ ਆਪਾਂ ਨੂੰ 30 ਡਿਗਰੀ ਦਿੱਤਾ ਹੈ। ਠੀਕ ਹੈ, ਤਾਂ ਤੁਹਾਨੂੰ ਪਤਾ ਹੈ ਟੇਸ਼ਨ ਥੀਟਾ ਦੀ ਜੋ 30 ਦੀ ਡਿਗਰੀ 30 ਦੀ ਵੈਲਿਊ ਹੁੰਦੀ ਹੈ ਉਹ 1/√3 ਹੁੰਦੀ ਹੈ। ਤਾਂ ਪੁੱਟ ਕਰ ਦਿੱਤਾ ਆਪਾਂ 10 ਬਟਾ x ਬਰਾਬਰ ਟੇਸ਼ਨ 30 ਡਿਗਰੀ। ਤਾਂ ਇਸ ਨੂੰ ਬਸ ਕ੍ਰੋਸ ਮਲਟੀਪਲਾਈ ਕਰ ਦਿਓ, ਵੈਲਿਊ ਪੁੱਟ ਕਰਕੇ ਵੈਲਿਊ ਪੁੱਟ ਆਪਾਂ ਕਰਤੀ 1/√3। ਤਾਂ ਤੁਹਾਨੂੰ ਪਤਾ ਹੈ ਕ੍ਰੋਸ ਮਲਟੀਪਲਾਈ ਕਰਨ 'ਤੇ ਆਪਾਂ ਨੂੰ 10√3 ਬਰਾਬਰ x, ਅਤੇ x ਦੀ ਵੈਲਿਊ ਆਪਾਂ ਨੂੰ ਪ੍ਰਾਪਤ ਹੁੰਦੀ ਹੈ 10 ਗੁਣਾ 1.732, ਅਤੇ ਇਸ ਨੂੰ ਸੋਲਵ ਕਰਕੇ ਆਪਣੇ ਕੋਲ 17.32 ਆ ਜਾਵੇਗਾ। ਤਾਂ ਹੁਣ ਅੱਗੇ ਹੁਣ x ਦੀ ਵੈਲਿਊ ਤਾਂ ਨਿਕਲ ਗਈ, ਤਾਂ ਹੁਣ ਝੰਡੇ ਦੀ ਉਚਾਈ ਕੱਢਾਂਗੇ। ਹੁਣ ਆਪਾਂ ਟ੍ਰਾਇੰਗਲ APD ਲਵਾਂਗੇ, ਦਿਖਾਉਂਦਾ ਤੁਹਾਨੂੰ ਮੈਂ। ਹੁਣ ਆਪਾਂ ਪੂਰੀ ਲੈਣੀ ਹੈ, ਠੀਕ ਹੈ, ਕਿਉਂਕਿ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ, ਪਰ ਆਪਾਂ ਇਹ ਪਤਾ ਕਰਨਾ ਹੈ। ਤਾਂ ਹੁਣ ਆਪਾਂ ਟ੍ਰਾਇੰਗਲ ਲੈ ਲਈ APD ਬਰਾਬਰ 10 + h, ਕਿਉਂਕਿ 10 + h ਆਪਾਂ ਇਸ ਕਰਕੇ ਲਿਆ ਕਿ ਥੱਲੇ ਤੋਂ ਉੱਪਰ ਤੱਕ ਜਾਣਾ ਹੈ, ਕਿਉਂਕਿ ਤੁਹਾਨੂੰ ਮੈਂ ਦਿਖਾਇਆ ਸੀ ਮੀਨਾਰ ਦੀ ਜੋ ਦਿੱਤੀ ਹੈ ਉਹ 10 ਦਿੱਤੀ ਹੈ, ਤਾਂ ਉੱਪਰ ਆਪਾਂ h, ਇਸ ਲਈ ਆਪਾਂ ਇਹ ਸਾਰੀ ਪਤਾ ਕਰਨੀ ਹੈ। ਇੱਕ ਮਿੰਟ, ਆਹ ਦੇਖੋ ਇਹ ਆਪਾਂ ਨੂੰ ਸਿਰਫ 10 ਦਿੱਤੀ ਹੈ ਔਰ ਇਸ ਨੂੰ ਆਪਾਂ h ਮੰਨਿਆ ਸੀ, ਤਾਂ ਆਹ ਆਪਾਂ ਸਾਰੀ ਪਤਾ ਕਰਨੀ ਹੈ, ਤਾਂ ਕਰਕੇ ਆਪਾਂ 10 + h ਲਿਆ ਸੀ। ਤਾਂ ਕਰ ਦਿਓ ਇਸ ਨੂੰ ਸੋਲਵ, 10 + h ਬਟਾ x ਟੇਸ਼ਨ 45 ਡਿਗਰੀ। 45 ਡਿਗਰੀ ਰਕਮ ਵਿੱਚ ਉਹਨਾਂ ਨੇ ਆਪਾਂ ਨੂੰ ਗਿਵਨ ਦਿੱਤੀ ਹੈ, ਤਾਂ ਕਰਕੇ ਆਪਾਂ ਟੇਸ਼ਨ 45 ਡਿਗਰੀ ਲਿਆ। ਤਾਂ ਹੁਣ ਬਸ ਇਸ ਨੂੰ ਸੋਲਵ ਕਰ ਦਿਓ, ਸੋਲਵ ਕਰਨ 'ਤੇ ਆਪਾਂ ਨੂੰ 10 + h ਬਰਾਬਰ 17.32, ਅਤੇ h ਦੀ ਵੈਲਿਊ ਆਪਾਂ ਨੂੰ 7.32 ਆ ਜਾਵੇਗੀ। ਤਾਂ ਆਪਾਂ ਲਾਸਟ 'ਤੇ ਇਹ ਲਾਈਨਾਂ ਜ਼ਰੂਰ ਲਿਖਣੀਆਂ ਹਨ। ਤਾਂ ਝੰਡੇ ਦੀ ਉਚਾਈ ਆਪਾਂ ਨੂੰ ਜੋ ਪ੍ਰਾਪਤ ਹੋਈ ਹੈ ਉਹ 7.32 ਮੀਟਰ ਹੋਈ ਹੈ, ਅਤੇ ਬਿੰਦੂ ਤੋਂ ਇਮਾਰਤ ਤੱਕ ਦੀ ਦੂਰੀ ਆਪਾਂ ਨੂੰ 17.32 ਮੀਟਰ ਹੋਈ ਹੈ। ਚਲਦੇ ਹਾਂ ਅਗਲੇ ਸਵਾਲ ਵੱਲ। ਇੱਕ ਮੀਨਾਰ ਦੇ ਆਧਾਰ ਬਿੰਦੂ ਤੋਂ ਇੱਕ ਇਮਾਰਤ ਦੇ ਸਿਖਰ ਦਾ ਉਚਾਨ ਕੋਣ 30 ਡਿਗਰੀ ਹੈ, ਅਤੇ ਇਮਾਰਤ ਦੇ ਆਧਾਰ ਬਿੰਦੂ ਤੋਂ ਮੀਨਾਰ ਦੇ ਸਿਖਰ ਦਾ ਉਚਾਨ 60 ਡਿਗਰੀ ਹੈ। ਜੇਕਰ ਮੀਨਾਰ 50 ਮੀਟਰ ਉੱਚੀ ਹੋਵੇ ਤਾਂ ਇਮਾਰਤ ਦੀ ਉਚਾਈ ਪਤਾ ਕਰੋ। ਮੈਂ ਇਹ ਡਾਇਗਰਾਮ ਆਪਦੇ ਵੱਲੋਂ ਬਣਾ ਦਿੱਤੀ ਹੈ, ਤੁਸੀਂ ਰਕਮ ਨੂੰ ਵੇਖ ਕੇ ਡਾਇਗਰਾਮ ਪੂਰੀ ਬਣਾ ਲੈਣੀ ਹੈ। ਦੇਖੋ ਮੈਂ M ਨੂੰ ਡਿਨੋਟ ਕੀਤਾ ਹੈ ਮੀਨਾਰ, B ਫੋਰ ਇਹ ਬਿਲਡਿੰਗ, ਠੀਕ ਹੈ। ਤਾਂ ਹੁਣ ਦੇਖੋ ਆਪਾਂ ਰਕਮ ਦੁਬਾਰਾ ਤੋਂ ਪੜ੍ਹਦੇ ਹਾਂ। ਇੱਕ ਮੀਨਾਰ ਦੇ ਆਧਾਰ ਬਿੰਦੂ ਤੋਂ ਇੱਕ ਇਮਾਰਤ ਦੇ ਸਿਖਰ ਦਾ ਉਚਾਨ ਕੋਣ 30 ਡਿਗਰੀ ਹੈ। ਦੇਖੋ ਆ ਰਿਹਾ ਉਚਾਨ ਕੋਣ, ਜਿੱਥੇ ਮੈਂ 30 ਡਿਗਰੀ ਲਿਆ ਹੈ, ਠੀਕ ਹੈ। ਇਹ ਮੀਨਾਰ ਤੋਂ ਬਿਲਡਿੰਗ, ਕਿਉਂਕਿ ਮੀਨਾਰ ਵੱਡੀ ਹੁੰਦੀ ਹੈ ਔਰ ਇਮਾਰਤ ਛੋਟੀ ਹੁੰਦੀ ਹੈ।
ਇਸੇ ਤਰ੍ਹਾਂ ਹੀ 60 ਡਿਗਰੀ ਲੈ ਲੈਣਾ ਹੈ। 60 ਡਿਗਰੀ ਲੈਣ ਤੋਂ ਬਾਅਦ ਜੋ ਪਹਿਲੀ ਆਪਾਂ ਟ੍ਰਾਇੰਗਲ ਲੈਣੀ ਹੈ ਉਹ ਆਪਾਂ ਲੈਣੀ ਹੈ ABD, ਕਿਉਂਕਿ ਤੁਹਾਨੂੰ ਮੈਂ ਪਿਛਲੇ ਸਵਾਲ ਵਿੱਚ ਵੀ ਦੱਸਿਆ ਹੈ ਆਪਾਂ ਉਹ ਪਹਿਲਾਂ ਟ੍ਰਾਇੰਗਲ ਲੈਣੀ ਹੈ ਜਿਸ ਵਿੱਚ ਕੁਝ ਗਿਵਨ ਦਿੱਤਾ ਹੁੰਦਾ ਹੈ। ਠੀਕ ਹੈ, ਜਿਵੇਂ ਇੱਕ ਮੀਨਾਰ 50 ਮੀਟਰ ਉੱਚੀ ਹੋਵੇ ਤਾਂ ਇਮਾਰਤ ਦੀ ਉਚਾਈ ਪਤਾ ਕਰੋ। ਆਪਾਂ ਲੈ ਲਿਆ ABD। ਠੀਕ ਹੈ, ਤਾਂ ABD 50/BD ਬਰਾਬਰ ਟੇਜੈਂਟ 60। ਮੀਨਾਰ 50 ਮੀਟਰ ਉੱਚੀ ਉਹ ਲੈਣਾ ਹੁੰਦਾ ਹੈ ਜਿਸ ਵਿੱਚ ਕੁਝ ਦਿੱਤਾ ਹੁੰਦਾ। ਇਹੀ ਗੱਲ ਮੈਂ ਪਹਿਲਾਂ ਤੁਹਾਨੂੰ ਦੱਸੀ ਹੈ, ਇਸ ਲਈ ਰਿਪੀਟ ਕਰ ਰਿਹਾ। ਤਾਂ 50, ਇਸ ਨੂੰ ਸੋਲਵ ਕਰ ਲਓ, ਕ੍ਰੋਸ ਮਲਟੀਪਲਾਈ ਕਰਕੇ ਟੇਜੈਂਟ 60 ਦੀ ਵੈਲਿਊ ਆਪਾਂ ਪੁੱਟ ਕਰਤੀ, ਤਾਂ ਇਸ ਨੂੰ ਸੋਲਵ ਕਰ ਲਓ ਤਾਂ ਆਪਾਂ ਨੂੰ BD ਦੀ ਵੈਲਿਊ 50/√3 ਪ੍ਰਾਪਤ ਹੋ ਜਾਵੇਗੀ। ਤਾਂ ਹੁਣ ਜੋ ਬਚ ਗਈ ਟ੍ਰਾਇੰਗਲ, ਕਿਹੜੀ ਟ੍ਰਾਇੰਗਲ ਆਪਣੇ ਕੋਲ ਬਚ ਗਈ? BCD। ਦੇਖੋ B ਔਰ C ਔਰ D। ਠੀਕ ਹੈ, तो ਇਸ ਨੂੰ ਸੋਲਵ ਕਰ ਦਿਓ ਤਾਂ CD/BD ਬਰਾਬਰ ਟੇਜੈਂਟ 30 ਡਿਗਰੀ, CD/BD ਗੁਣਾ 1/√3, ਤਾਂ ਆਪਾਂ ਨੂੰ ਇੱਥੋਂ ਵੈਲਿਊ ਪ੍ਰਾਪਤ ਹੁੰਦੀ ਹੈ 16.67। ਇਸ ਨੂੰ ਸੋਲਵ ਕਰ ਲੈਣਾ ਕਿਉਂਕਿ ਮੋਬਾਈਲ 'ਤੇ ਬਹੁਤ ਦਿੱਕਤ ਆਉਂਦੀ ਹੈ ਸੋਲਵ ਕਰਨ ਲੱਗਿਆ, ਇਸ ਲਈ ਮੈਂ ਕਾਪੀ 'ਤੇ ਹੀ ਸੋਲਵ ਕਰ ਦਿੱਤਾ। ਅਤੇ ਇਸ ਲਈ ਆਪਣੇ ਕੋਲ ਇਮਾਰਤ ਦੀ ਉਚਾਈ ਪ੍ਰਾਪਤ ਹੋ ਜਾਵੇਗੀ 16.67। ਠੀਕ ਹੈ ਜੀ, ਤਾਂ ਇਹ ਵੀ ਸਵਾਲ ਸੋਲਵ ਹੋ ਗਿਆ। ਅਗਲੇ ਹੀ ਚਲਦੇ ਹਾਂ ਅਗਲੇ ਸਮ ਵੱਲ ਆਪਾਂ। ਇੱਕ ਜੂਸ ਵੇਚਣ ਵਾਲਾ ਆਪਣੇ ਗ੍ਰਾਹਕਾਂ ਨੂੰ ਚਿੱਤਰ ਵਿੱਚ ਦਿਖਾਏ ਗਲਾਸਾਂ ਵਿੱਚ ਜੂਸ ਦਿੰਦਾ ਹੈ। ਵੇਲਨਾਕਾਰ ਗਲਾਸ ਦਾ ਅੰਦਰੂਨੀ ਵਿਆਸ 5 ਸਮ ਸੀ, ਪਰ ਗਲਾਸ ਦੇ ਹੇਠਲੇ ਆਧਾਰ ਵਿੱਚ ਇੱਕ ਉਤਰਿਆ ਹੋਇਆ ਅਰਧਗੋਲਾ ਸੀ ਜਿਸ ਨਾਲ ਗਿਲਾਸ ਦੀ ਧਾਰਨਾ ਸਮਰੱਥਾ ਘੱਟ ਹੋ ਜਾਂਦੀ ਹੈ। ਜੇਕਰ ਇਸ ਗਲਾਸ ਦੀ ਉਚਾਈ 1 ਸਮ ਸੀ ਤਾਂ ਗਿਲਾਸ ਦਾ ਅਭਿਆਸੀ ਧਾਰਨ ਸਮਰੱਥਾ ਅਤੇ ਉਸਦੀ ਅਸਲ ਧਾਰਨ ਸਮਰੱਥਾ ਪਤਾ ਕਰੋ। ਆਭਾਸੀ ਮਤਲਬ ਨਕਲੀ, ਜੋ ਆਪਾਂ ਨੂੰ ਦਿਖ ਰਹੀ ਹੈ। ਅਸਲੀ ਚੀਜ਼ ਉਹ ਹੁੰਦੀ ਹੈ ਜੋ ਉਸ ਵਿੱਚ ਅਸਲ ਵਿੱਚ ਪੈਂਦੀ ਹੈ। ਦੇਖੋ ਮੈਂ ਐਗਜ਼ਾਮਪਲ, ਦੇਖਣ ਨੂੰ ਗਲਾਸ ਵਿੱਚ ਕਿੰਨਾ ਜੂਸ ਮਿਲੂ ਪਰ ਅਸਲ ਵਿੱਚ ਕਿੰਨਾ, ਇਹ ਮੈਂ ਚਿੱਤਰ ਬਣਾ ਦਿੱਤਾ ਹੈ। ਤੁਸੀਂ ਦੇਖ ਸਕਦੇ ਹੋ ਗਲਾਸ ਕਿੰਨਾ ਚੌੜਾ ਦਿਖ ਰਿਹਾ ਹੈ। ਠੀਕ ਹੈ, ਪਰ ਇਸ ਵਿੱਚ ਇੱਕ ਇਹ ਗੋਲਾ ਹੈ ਜਿੱਥੇ ਮੈਂ ਲਾਈਨ ਲਗਾਈ ਹੈ ਬਲੂ ਕਲਰ ਦੀ, ਜਿਸ ਕਾਰਨ ਉਸ ਵਿੱਚ ਜੂਸ ਘੱਟ ਆ ਰਿਹਾ। ਤਾਂ ਉਹਨਾਂ ਨੇ ਅੰਦਰੂਨੀ ਵਿਆਸ, ਜਿਹੜਾ ਅੰਦਰੂਨੀ ਵਿਆਸ ਦਿੱਤਾ ਹੈ ਆਹ ਵਾਲਾ, ਠੀਕ ਹੈ, ਉਹ 5 ਸਮ ਦਿੱਤਾ ਹੈ, ਪਰ ਆਪਾਂ ਅਰਧ ਵਿਆਸ ਕੱਢਣਾ ਹੈ ਤਾਂ ਅਰਧ ਵਿਆਸ ਦਾ ਕੀ ਹੁੰਦਾ ਹੈ R/2, ਤਾਂ 5 ਦਿੱਤਾ ਹੈ ਆਪਾਂ ਨੂੰ, ਤਾਂ ਦੇਖੋ 5/2 ਆ ਗਿਆ ਅਰਧ ਵਿਆਸ। ਠੀਕ ਹੈ, ਅਤੇ ਉਚਾਈ ਆਪਾਂ ਨੂੰ 10 ਦਿੱਤੀ ਹੈ ਜਿਸ ਨੂੰ ਮੈਂ H ਨਾਲ ਲਿਖਿਆ ਹੈ। ਤਾਂ ਪਾਈ ਦੀ ਵੈਲਿਊ ਉਹਨਾਂ ਨੇ ਆਪਾਂ ਨੂੰ ਗਿਵਨ ਹੀ ਦਿੱਤੀ ਹੈ, ਰਕਮ ਵਿੱਚ 3.14 ਵੀ ਗਿਵਨ ਹੈ। ਕੱਢਣਾ ਕੀ ਹੈ? ਦੇਖੋ ਗਲਾਸ ਦੀ ਅਭਿਆਸੀ ਧਾਰਨਾ ਮਤਲਬ ਕਿ ਨਕਲੀ ਧਾਰਨਾ ਅਤੇ ਅਸਲ ਧਾਰਨਾ। ਤਾਂ ਕੀ ਕਰਾਂਗੇ? ਆਭਾਸੀ ਮਤਲਬ ਜੋ ਦੇਖਣ ਨੂੰ ਲੱਗ ਰਿਹਾ, ਤਾਂ ਫਾਰਮੂਲਾ ਹੁੰਦਾ ਹੈ ਆਭਾਸੀ ਦਾ। ਅਭਿਆਸੀ ਨੂੰ ਆਪਾਂ ਆਇਤਨ ਵੀ ਕਹਿ ਸਕਦੇ ਹਾਂ ਕਿਉਂਕਿ ਇਹ ਸਿਲੰਡਰ ਦੀ ਤਰ੍ਹਾਂ ਬਣਿਆ ਹੋਇਆ, ਤਾਂ ਇਸ ਲਈ πr²H, ਤਾਂ ਇਸ ਵਿੱਚ ਵੈਲਿਊ ਪੁੱਟ ਕਰ ਦਿਓ π²RH। ਪਾਈ ਦੀ ਵੈਲਿਊ ਆਪਾਂ ਨੂੰ ਗਿਵਨ ਹੈ 3.14 ਔਰ ਅਰਧ ਵਿਆਸ ਆਪਾਂ ਕੱਢ ਲਿਆ ਸੀ 5/2 ਔਰ H ਦੀ ਵੈਲਿਊ ਆਪਾਂ ਨੂੰ 10 ਗਿਵਨ ਹੈ। ਠੀਕ ਹੈ, ਇਸ ਨੂੰ ਸੋਲਵ ਕਰ ਲਓ। ਸੋਲਵ ਕਰਨ ਤੋਂ ਬਾਅਦ ਆਪਣੇ ਕੋਲ 196.25 ਸਮ ਦੀ ਕਿਊਬ ਪ੍ਰਾਪਤ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਅਸਲ ਵਾਲੀ ਦੀ, ਜੋ ਅਸਲ ਵਿੱਚ ਜੂਸ ਪੈਂਦਾ ਹੈ। ਤਾਂ ਤੁਹਾਨੂੰ ਪਤਾ ਹੈ πr²H ਮਾਈਨਸ, ਠੀਕ ਹੈ, ਘਟਾਇਆ ਕਿਉਂ? ਕਿਉਂਕਿ ਜੋ ਵਿੱਚ ਅਰਧ ਵਿਆਸ ਦਾ ਗੋਲਾ ਉਭਰਿਆ ਹੋਇਆ ਹੈ, ਠੀਕ ਹੈ, ਉਸ ਦਾ ਅਰਧ ਦਾ ਲਗਾ ਕੇ ਫਾਰਮੂਲਾ ਉਸ ਵਿੱਚੋਂ ਘਟਾ ਦਿੱਤਾ। ਦੇਖੋ ਆ ਮੈਂ ਨਾਲ ਮੈਂਸ਼ਨ ਵੀ ਕਰ ਦਿੱਤਾ ਹੈ ਕਿ 2/3 πr³ ਤਾਂ ਘਟਾਇਆ ਕਿਉਂਕਿ ਜੋ ਅਰਧ ਗੋਲਾ ਹੈ ਜਿਸ ਕਰਕੇ ਜੂਸ ਘੱਟ ਪੈ ਰਿਹਾ ਹੈ, ਤਾਂ ਹੀ ਸਾਨੂੰ ਅਸਲ ਧਾਰਨਾ ਪ੍ਰਾਪਤ ਹੋਵੇਗੀ। ਤਾਂ ਬਸ πr² ਜੋ ਆਪਾਂ ਵੈਲਿਊ ਕੱਢੀ ਹੈ ਉਹ ਲਿਖ ਕੇ 2/3 ਦੇ ਵਿੱਚ ਵੈਲਿਊ ਪੁੱਟ ਕਰਕੇ ਤਾਂ ਜੋ ਆਪਾਂ ਨੂੰ ਆਨਸਰ ਪ੍ਰਾਪਤ ਹੋ ਜਾਵੇਗਾ 163.55 ਸਮ ਦੀ ਕਿਊਬ। ਠੀਕ ਹੈ, ਤਾਂ ਚਲਦੇ ਹਾਂ ਅਗਲੇ ਸਵਾਲ ਵੱਲ। ਇਹ ਸਵਾਲ ਬਹੁਤ ਹੀ ਸੌਖਾ ਹੈ ਅਤੇ ਅੱਜ ਦੀ ਵੀਡੀਓ ਵਿੱਚ ਇਹ ਫਾਰਮੂਲੇ ਮੈਂ ਤੁਹਾਨੂੰ ਦੱਸ ਵੀ ਚੁੱਕਾ। ਸ਼ੰਕੂ ਦਾ ਆਇਤਨ ਕਿਸ ਦੇ ਬਰਾਬਰ ਹੁੰਦਾ ਹੈ? 1/3 πr²H। ਵੇਲਣ ਦਾ ਆਇਤਨ ਹੁੰਦਾ ਹੈ πr²H। ਅਰਧਗੋਲੇ ਦਾ ਆਇਤਨ ਹੁੰਦਾ ਹੈ 2/3 πr³। ਹਾਲੇ ਆਪਾਂ ਪਿਛਲੇ ਸਵਾਲ ਵਿੱਚ ਹੀ ਇਹ ਤੁਹਾਨੂੰ ਮੈਂ ਦੱਸਿਆ ਹੈ। ਵੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ ਹੁੰਦਾ ਹੈ 2πr/H। ਠੀਕ ਹੈ ਜੀ, ਇਸ ਤੋਂ ਜੋ ਇਹ ਵੀ ਹੋ ਗਿਆ ਸੋਲਵ। ਇਸ ਤੋਂ ਜੋ ਅੱਗੇ ਸਮ ਹਨ ਉਹ ਤੁਹਾਡੀਆਂ 2 ਥਿਊਰਮਾਂ ਹਨ ਅਤੇ ਉਸ ਤੋਂ ਬਾਅਦ ਇੱਕ ਮੀਡੀਅਨ ਵਾਲਾ ਹੈ। ਥਿਊਰਮਾਂ ਦੇ ਮੈਂ ਤੁਹਾਨੂੰ ਨੋਟਸ ਬਣਾ ਕੇ ਅਪਲੋਡ ਕਰ ਦਾਂਗਾ ਅਤੇ ਮੀਡੀਅਨ ਵਾਲਾ ਹੈ ਉਹ ਵੀ ਮੈਂ ਸੋਲਵ ਕਰਕੇ ਤੁਹਾਨੂੰ ਉਸ ਦੇ ਨਾਲ ਹੀ ਨੋਟਸ ਅਪਲੋਡ ਕਰ ਦਾਂਗਾ। ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਲਾਈਕ ਕਰਨਾ। ਉਮੀਦ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਧੰਨਵਾਦ।